ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। मिंटू जी स्वागत वेलकम जी आनू सत श्री अकाल। शुक्रिया जी सारिਆਂ ਨੂੰ सत श्री अकाल जी। की हाल चाल ठीक ठाक हो? हाँ जी हाँ जी सर जी करोना के बारे जे गल करिए तो बहुत बुरे हाल ने। पहला उतों शुरू कर लिए तुहाडा की नजरिया की कहना चाहोगे जो हालात बने हुए ने? देखो हालात ते बने आ हुण की ਉਹਦੇ ਚ ਕੀਤਾ ਜਾ ਸਕਦਾ ਹੈ ਹਾਲਾਤਾਂ ਲਈ ਤੇ ਇਹ ਆਪ ਹੀ ਜ਼ਿੰਮੇਵਾਰ ਨੇ। ਜੇ ਆਪਾਂ ਹੁਣ ਦੇਖੀਏ ਉਹ ਨਿਰਮਲਾ ਸੀਤਾਰਮਣ ਦੀ ਜਿਹੜੇ ਹਸਬੈਂਡ ਆ ਉਹਨਾਂ ਦੀ ਲਿਖਤ ਹੈ ਜਿਹੜੀ ਉਹ ਕੀ ਕੁਝ ਕਹਿੰਦੀ ਆ ਉਹਨੂੰ ਪੜ੍ਹਨ ਦੀ ਜ਼ਰੂਰਤ ਹੈ। ਉਹ ਕਹਿੰਦੇ ਆ ਕਿ ਸਰਕਾਰ ਦੀ ਟੋਟਲੀ ਫੇਲੀਅਰ ਆ। ਦੇਖੋ ਗੱਲ ਕੀ ਆ ਕਿ ਜੋ ਮਰਜ਼ੀ ਆ ਬਿਮਾਰੀ ਆ ਮਹਾਮਾਰੀ ਆ ਕਿਵੇਂ ਆਈ ਆ ਕਿੱਥੋਂ ਜਾਣਾ ਇਹਨੇ ਕਦ ਜਾਣਾ ਹੈ ਉਹ ਵੱਖਰੀਆਂ ਚੀਜ਼ਾਂ ਨੇ ਇਸ ਟਾਈਮ। ਪਰ ਤੁਸੀਂ ਦੇਖੋ ਨਿਰਮਲਾ ਸੀਤਾਰਮਣ ਦੇ ਪਤੀ ਨੇ ਇੱਕ ਬਹੁਤ ਵੈਲਿਡ ਪੁਆਇੰਟ ਹੈ ਜਿਹੜਾ ਉਹ ਚੁੱਕਿਆ ਤੇ ਤੁਸੀਂ ਦੇਖੋ ਕਿ 1 ਸਾਲ ਦੇ ਵਿੱਚ ਕੀ ਤਿਆਰੀ ਕੀਤੀ ਆ ਬੜੀ ਤਿਆਰੀ ਕੀ ਆ ਡਾਟਾ ਹੈ ਮੇਰੇ ਕੋਲੇ ਹਰੇਕ ਸਟੇਟ ਦਾ ਕਿ ਕਿੱਥੇ ਆਈਸੋਲੇਸ਼ਨ ਵਾਲੇ ਬੈੱਡ ਸ਼ਾਰਟ ਆ ਕਿੰਨੇ ਈਵਨ ਦੈਟ ਗੁਜਰਾਤ ਦੇ ਵਿੱਚ ਵੀ ਕੁਝ ਪੂਰਾ ਨਹੀਂ ਹੋਇਆ। ਇਹਨਾਂ ਨੇ ਆਖਿਆ ਕਿ ਆਕਸੀਜਨ ਦੇ ਪਲਾਂਟ ਲਾਵਾਂਗੇ ਨਹੀਂ ਲਾ ਸਕੇ ਔਰ ਉਲਟਾ ਇਹ ਉਹ ਲੋਕ ਆ ਜਿਨ੍ਹਾਂ ਨੇ ਪੂਰੇ ਸੰਸਾਰ ਦੇ ਵਿੱਚੋਂ ਉੱਠ ਕੇ ਆਖਿਆ ਕਿ ਅਸੀਂ ਇਹ ਜੰਗ ਜਿੱਤ ਲਈ ਹੈ। ਹੁਣ ਗੱਲ ਇਹ ਹੈ ਕਿ ਬਿਮਾਰੀ ਚਲੋ ਕਰੋਨਾ ਠੀਕ ਆ ਅੱਜ ਦੀ ਘੜੀ ਦੇ ਵਿੱਚ ਤਬਾਹ ਕੋਨੇ ਆ ਕੱਲ ਨੂੰ ਇਹ ਚਲੇ ਜਾਏਗੀ ਤਾਂ ਕੀ ਦੂਜੀਆਂ ਬਿਮਾਰੀਆਂ ਵੀ ਚੱਲ ਜਾਣਗੀਆਂ ਨਾਲ। ਗੱਲ ਸਮੁੱਚੀ ਸਿਹਤ ਵਿਵਸਥਾ ਦੀ ਹੈ ਇੱਥੇ ਇੰਡੀਆ 'ਚ। ਤੁਸੀਂ ਮੇਰੇ ਖਿਆਲ ਨਾਲ 1.5-2% ਖਰਚ ਕਰ ਰਹੇ ਹੋ GDP ਦਾ। ਕੈਨੇਡਾ ਨੂੰ ਦੇਖ ਲਓ US ਨੂੰ ਦੇਖ ਲਓ ਤੁਸੀਂ ਕੱਢ ਲਓ ਤੁਹਾਡੇ ਕੋਲ ਤੁਹਾਡਾ ਡਾਟਾ ਹੋਊਗਾ ਕਿੰਨਾ ਜਾਂਦਾ GDP ਦਾ ਔਰ ਡਾਲਰਾਂ ਦੇ ਵਿੱਚ ਜਾਂਦਾ ਤਾਂ ਤੁਹਾਡਾ ਸਿਹਤ ਪ੍ਰਬੰਧ ਜਿਹੜਾ ਆ ਉਹ ਹੈ ਵੀ ਪੁਖਤਾ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਦੋ ਰਾਏ ਨਹੀਂ। ਤਾਂ ਕਹਿਣ ਦਾ ਮਤਲਬ ਕਿ ਸਾਡੇ ਕੋਲ ਇੱਥੇ ਖਰਚ ਹੀ ਨਹੀਂ ਹੈਗੇ। ਜੇ ਖਰਚ ਲਈ ਬਜਟ ਰੱਖੇ ਜਾਂਦੇ ਆ ਤਾਂ ਉਹ ਕਮਿਸ਼ਨਾਂ ਦੀ ਭੇਂਟ ਚੜ ਜਾਂਦੇ ਆ। ਹੁਣ ਆਕਸੀਜਨ ਪਲਾਂਟ ਨਾ ਲੱਗਣ ਦਾ ਵੱਡਾ ਕਾਰਨ ਇਹੀ ਸੀਗਾ ਕਿ ਕੇਂਦਰ ਨੇ ਟੈਂਡਰਿੰਗ ਆਪਣੇ ਆਪ 'ਚ ਰੱਖ ਲਈ। ਰਾਜ ਸਰਕਾਰਾਂ ਜਿਹੜੀਆਂ ਉਹ ਕਹਿੰਦੀਆਂ ਕਿ ਅਸੀਂ ਕਿਉਂ ਕਰੀਏ ਫੇਲ ਹੋ ਗਿਆ ਪ੍ਰੋਜੈਕਟ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਭ ਤੋਂ ਜ਼ਿਆਦਾ ਇਸ ਵੇਲੇ ਕਹਿ ਲਈਏ ਕਿ ਹਾਸ਼ੀਏ ਤੇ ਨੇ ਜਿਹੜੀਆਂ ਕਿ ਆਪਾਂ ਕਹਿ ਲਈਏ ਕਿ ਸਭ ਤੋਂ ਪਹਿਲ ਤਾਂ ਹੋਣੀ ਚਾਹੀਦੀ ਹੈ ਜਿਹਦੇ ਵਿੱਚ। ਕਿਉਂਕਿ ਦੇਖੋ ਗੱਲ ਅੰਮ੍ਰਿਤਸਰ ਦੇ ਵਿੱਚ ਬੰਦੇ ਮਰੇ ਉਹਦੇ ਚ ਕਰੋਨਾ ਦੇ ਸਿਰਫ 2 ਪੇਸ਼ੈਂਟ ਸੀਗੇ 4 ਜਿਹੜੇ ਸੀ ਦੂਜੀਆਂ ਬਿਮਾਰੀਆਂ ਵਾਲੇ ਸੀ। ਮੇਰਾ ਮੰਨਣਾ ਇਹ ਆ ਕਿ ਤੁਹਾਡੀ ਸਾਰੀ ਸਮੁੱਚੀ ਜਿਹੜੀ ਸਿਹਤ ਵਿਵਸਥਾ ਸਿਹਤ ਪ੍ਰਬੰਧ ਨੇ ਜਿਹੜੇ ਉਹ ਠੀਕ ਹੋਣੇ ਚਾਹੀਦੇ ਆ। ਘੱਟੋ ਘੱਟ ਹੁਣ ਤਾਂ ਤੁਸੀਂ ਸਾਲ ਦੇਖੋ ਸਾਰੇ ਬਜਟ ਰੱਖੇ ਨਾ 20 ਲੱਖ ਕਰੋੜ ਅਸੀਂ ਰੱਖਿਆ ਜੀ ਫਲਾਂ ਕੀਤਾ PM ਕੇਅਰ ਫੰਡ ਦੇ ਵਿੱਚੋਂ ਅਸੀਂ ਵੈਂਟੀਲੇਟਰ ਖਰੀਦਾਂਗੇ ਆਕਸੀਜਨ ਪਲਾਂਟ ਲਾਵਾਂਗੇ ਵਗੈਰਾ ਵਗੈਰਾ ਕਿੰਨੀਆਂ ਗੱਲਾਂ ਕੀਤੀਆਂ ਨੇ ਕਿ ਤੁਸੀਂ ਇੱਕ ਪ੍ਰੋਜੈਕਟ ਇੱਕ ਕੋਈ ਮੁਹਿੰਮ ਤਾਂ ਨੇਪਰੇ ਚਾੜਦੇ ਨਾ ਕਿ ਹਾਂ ਅਸੀਂ ਆਹ ਪੁਖਤਾ ਪ੍ਰਬੰਧ ਕਰ ਲਿਆ। ਲਿਹਾਜ਼ਾ ਇਹੀ ਆ ਕਿ ਦੇਖੋ ਮੌਤਾਂ ਹੋ ਰਹੀਆਂ ਦਿਹਾੜੀ ਦੀਆਂ 2-3 ਹਜ਼ਾਰ ਮੌਤਾਂ ਐਵਰੇਜ ਆ ਹੋ ਰਹੀਆਂ ਨੇ। ਮੌਤਾਂ ਜਿਹੜੀਆਂ ਉਹ ਜ਼ਿਆਦਾਤਰ ਤੁਸੀਂ ਜੇ ਦੇਖੋਗੇ ਕਿ ਜਾਂ ਤਾਂ ਆਕਸੀਜਨ ਕਰਕੇ ਇਹ ਖਬਰਾਂ ਆ ਰਹੀਆਂ ਵੈਸੇ ਉਹ ਤਾਂ ਖਬਰਾਂ ਦੀ ਮੈਨੇਜਮੈਂਟ ਹੋ ਜਾਂਦੀ ਹੁਣ ਘਟ ਗਈਆਂ ਯਕਦਮ ਕੇਸ ਵੀ ਸਟੇਬਲ ਹੋ ਗਏ ਆ। ਮੋਦੀ ਸਾਹਿਬ ਮੈਂ ਅੱਗੇ ਹੱਸਦਾ ਹੁੰਦਾ ਹਾਂ ਮੈਂ ਕਿਹਾ ਜਿੱਦਣ ਮੋਦੀ ਸਾਹਿਬ ਨੇ ਕਹਿਤਾ ਨਾ ਕਿ ਅਸੀਂ ਜੰਗ ਜਿੱਤ ਲਾਂਗੇ ਸਮਝ ਲਓ ਜੰਗ ਜਿੱਤੀ ਗਈ। ਕੱਲ ਉਹਨਾਂ ਦਾ ਬਿਆਨ ਸੀਗਾ ਕਿ ਅਸੀਂ ਜਲਦੀ ਇਸ ਤੂਫਾਨ ਚੋਂ ਬਾਹਰ ਨਿਕਲ ਆਵਾਂਗੇ ਤੇ ਹੁਣ ਕੇਸ ਸਟੇਬਲ ਆ ਗਏ ਆ। ਇੱਕ ਅੱਧੇ ਦਿਨ ਚ ਘਟਨੇ ਸ਼ੁਰੂ ਵੀ ਹੋ ਸਕਦੇ ਆ। ਸੋ ਕਹਿਣ ਦਾ ਭਾਵ ਇਹੋ ਆ ਕਿ ਬਿਆਨਬਾਜ਼ ਆਪਣੀ ਥਾਂ ਤੇ ਪਿੱਟ ਥਾਪੜਨੀ ਆਪਣੀ ਥਾਂ ਤੇ ਉਹ ਤੁਸੀਂ ਕਰੀ ਚਲੋ ਜੋ ਵੀ ਕਰਨਾ ਆ। ਪਰ ਗੱਲ ਇਹ ਆ ਕਿ ਬਿਮਾਰੀਆਂ ਨੇ ਰਹਿਣਾ ਹੀ ਆ ਮਨੁੱਖ ਦੇ ਨਾਲ ਰਹਿਣਾ। ਕਰੋਨਾ ਪਤਾ ਨਹੀਂ ਕਿੰਨਾ ਚਿਰ ਰਹੇਗਾ ਦੂਜੀਆਂ ਬਿਮਾਰੀਆਂ ਨੇ ਰਹਿਣਾ। ਤਾਂ ਤੁਸੀਂ ਨਹਿਰੂ ਨੂੰ ਦੇ ਕੇ ਦੋਸ਼ ਕਿ ਉਹ ਆਏ ਕਰ ਗਿਆ ਫਲਾਣਾ ਕਾਂਗਰਸ ਐ ਕਰ ਗਈ 60 ਸਾਲਾਂ ਚ ਉਹ ਕਰ ਗਿਆ ਤੁਸੀਂ 6-7 ਸਾਲਾਂ ਚ ਕੀ ਕੀਤਾ ਔਰ ਖਾਸ ਤੌਰ ਤੇ ਇਹਨਾਂ 1.5 ਸਾਲਾਂ ਚ ਕੀ ਕੀਤਾ ਉਹ ਦੱਸਣ ਦੀ ਲੋੜ ਆ ਜੀ। ਨਿਰਮਲਾ ਸੀਤਾਰਮਨ ਦੇ ਪਤੀ ਨੇ ਸਰਕਾਰ ਨੂੰ ਰਗੜੇ ਲਾਏ ਬਹੁਤ ਵਧੀਆ ਤੁਸੀਂ ਡਿਟੇਲ ਦੱਸੀ ਹੈ। ਮੇਰੇ ਨਾਲ ਕਾਲਰ ਨੇ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਬਹੁਤ ਸਾਰੇ ਵੀਰਾਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਹੈ ਕਿ ਜਿਹੜਾ ਬੰਦਾ ਇੱਥੇ ਐਜ ਏ ਕੈਨੇਡੀਅਨ ਚਾਹੇ ਐਜ ਏ PR ਤੁਸੀਂ ਇੱਥੇ ਕੰਮ ਕਰਦੇ ਹੋ ਜਾਂ ਤੁਸੀਂ ਰਿਫਿਊਜੀ ਵੀ ਹੋ ਬਾਅਦ ਪੱਕੇ ਹੋ ਜਾਂਦੇ ਹੋ ਤੁਸੀਂ ਕੰਮ ਕਰਦੇ ਹੋ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਮੈਂ ਪੁੱਛਣਾ ਭੁੱਲ ਗਿਆ ਮੈਂ ਪੁੱਛਾਂਗਾ ਆਪਣੇ ਵੀਰ ਹੰਸੀ ਸਾਹਿਬ ਨੂੰ ਕਿਉਂਕਿ ਮੈਨੂੰ ਮਤਲਬ ਪਤਾ ਤਾਂ ਪਹਿਲਾਂ ਵੀ ਸੀਗਾ ਪਰ ਹੁਣ ਪਤਾ ਲੱਗਾ ਕਿ ਸਾਡੇ ਵਿੱਚੋਂ ਜਦੋਂ ਕੋਈ ਇੱਥੇ ਕੈਨੇਡੀਅਨ ਕੰਮ ਕਰਦਾ ਤੁਰ ਜਾਂਦਾ ਹੈ ਤੇ ਉਹ ਸਾਨੂੰ ਪੁੱਛਦੇ ਨੇ ਕਿ ਇਹਨੇ ਕੰਮ ਕੀਤਾ ਇੱਥੇ। ਹਾਂਜੀ ਕੀਤਾ ਜੀ। $2500 ਦੇ ਲਗਭਗ ਜਿਹੜਾ ਹੈ ਉਹ ਸਰਕਾਰ ਤੁਹਾਡੇ ਦਾਹ ਸੰਸਕਾਰ ਤੋਂ ਬਾਅਦ ਤੁਹਾਡੇ ਪਰਿਵਾਰ ਵਾਲਿਆਂ ਨੂੰ ਵਾਪਸ ਭੇਜਦੀ। ਤੁਹਾਡੇ ਜਿਹੜਾ ਤੁਹਾਡਾ
ਬੇਟਾ ਹੈ ਜਾਂ ਪਤਨੀ ਹੈ ਉਹਦੇ ਨਾਂ 'ਤੇ ਚੈੱਕ ਜਿਹੜਾ ਵੀ ਵਾਲੀ ਵਾਰਸ ਹੈ ਉਹ ਆਉਂਦਾ $2500 ਤੱਕ ਉਹਨੇ ਦੱਸਿਆ। ਵੀਰ ਹਰਮਿੰਦਰ ਹੰਸੀ ਨਾਲ ਮੈਂ ਹੋਰ ਡਿਟੇਲ ਜਾਣਾਂਗਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਿਹਨੂੰ ਇਹ ਮਿਲਦਾ ਹਾਂਜੀ। ਸੋ ਉੱਥੇ ਵੀ ਸਾਰੀ ਉਮਰ ਬੰਦੇ ਕੰਮ ਕਰਦੇ ਹੀ ਨੇ, ਉੱਥੇ ਵੀ ਤਾਂ ਮਤਲਬ ਮੇਰੇ ਖਿਆਲ 'ਚ ਹੁਣ ਤਾਂ ਪ੍ਰੋਪਰ ਟੈਕਸ ਲੋਕ ਦੇਣ ਲੱਗ ਪਏ ਨੇ। ਉੱਥੇ ਵੀ ਜੇ ਇਸ ਤਰ੍ਹਾਂ ਦੀ ਸੁਵਿਧਾ ਹੋ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ, ਜਦੋਂ ਕੋਈ ਪ੍ਰਾਣੀ ਇਸ ਤਰ੍ਹਾਂ ਦਾ ਜਾਂਦਾ ਹੈ ਅਤੇ ਉਹਦੇ ਲਈ ਵੀ ਕੁਝ ਨਾ ਕੁਝ ਜਿਹੜਾ ਉਹਨੇ ਕੀਤਾ ਹੁੰਦਾ ਕੰਮ ਉਹਦਾ ਮੁਆਵਜ਼ਾ ਮਿਲੇ ਉਹਦੇ ਜਾਣ ਤੋਂ ਬਾਅਦ। ਤਾਂ ਮੇਰੇ ਖਿਆਲ ਦੇ ਵਿੱਚ ਚਾਹੇ ਸਰਕਾਰਾਂ ਇਸ ਤਰੀਕੇ ਦੇ ਕੰਮ, ਜਿਵੇਂ ਹੁਣ ਉੱਥੇ ਲੱਕੜ ਦਾ ਥੋੜ੍ਹੀ ਜਿਹੀ ਲੱਕੜ ਦੇ ਲਈ ਪ੍ਰਬੰਧ ਕੀਤੇ ਜਾ ਰਹੇ ਨੇ, ਜਿਹੜੇ ਆਪਣੇ ਆਕਸੀਜਨ ਦੇ ਪ੍ਰਬੰਧ ਕੀਤੇ ਜਾ ਰਹੇ ਨੇ, ਵੈਕਸੀਨ ਦੇ ਪ੍ਰਬੰਧ ਕੀਤੇ ਜਾ ਰਹੇ ਨੇ। ਗੱਲ ਚੱਲ ਰਹੀ ਸੀ ਮਿੰਟੂ ਜੀ ਪਹਿਲਾਂ ਤੁਹਾਡੇ ਆਉਣ ਤੋਂ ਪਹਿਲਾਂ ਮਾੜੀ ਜੀ ਕਿ ਇਹ ਫ੍ਰੀ ਲੱਗਣੇ ਚਾਹੀਦੇ ਨੇ ਟੀਕੇ, ਲੋਕਾਂ ਦੀ ਡਿਮਾਂਡ ਹੈ। ਅਤੇ ਮੈਂ ਕਿਹਾ ਸੀ ਵੀ ਜੇ ਚੋਣਾਂ ਲੱਗ ਗਏ ਹੋਣ ਅਤੇ ਇਹ ਜਦੋਂ ਚੋਣਾਂ 'ਤੇ ਏਡੇ ਵੱਡੇ ਲਾਲਚ ਦਿੰਦੇ ਕਿ ਬੱਚਿਆਂ ਨੂੰ ਅਸੀਂ ਸਮਾਰਟਫੋਨ ਦੇਵਾਂਗੇ, ਆਈਪੈਡ ਦੇਵਾਂਗੇ ਜਾਂ 5G ਕਰ ਦੇਣਾ, ਪਤਾ ਨਹੀਂ ਕਿਹੋ ਜਿਹੇ ਲਾਲਚ ਦਿੰਦੇ ਨੇ। ਅਤੇ ਇੱਕ ਫੋਨ ਜਿਹੜਾ ਉਹ 4-5 ਹਜ਼ਾਰ ਦਾ, ਅਤੇ ਸਮਾਰਟਫੋਨ ਜੇ ਇਕੱਠੇ ਚੱਕਦੇ ਹੋਣਗੇ 4-5 ਹਜ਼ਾਰ ਤਾਂ ਕੋਸਟ ਕਰਦਾ ਹੀ ਹੋਊ। ਆਈਪੋਡ ਵੀ 5-6 ਹਜ਼ਾਰ ਕੋਸਟ ਕਰਦਾ ਹੀ ਹੋਊ ਆਈਪੈਡ ਜਿਹੜਾ। ਜੇ ਇਹੋ ਜਿਹੀਆਂ ਇਹ ਸਮਾਰਟ ਬਣਾਉਣ ਵਾਲੀਆਂ ਚੀਜ਼ਾਂ ਦੇ ਸਕਦੇ ਨੇ, ਅਤੇ ਜੇ ਸਰਕਾਰ ਨੂੰ ਆਈ ਥਿੰਕ ਸਰਕਾਰੀ ਰੇਟ 'ਤੇ ਜਿਹੜਾ ਵੈਕਸੀਨ ਮਿਲਣਾ ਹੈ, ਅਤੇ ਜੇ ਇੱਕ ਪਰਿਵਾਰ ਦੇ ਵਿੱਚ 6 ਮੈਂਬਰ ਨੇ, ਅਤੇ ਵੱਧ ਤੋਂ ਵੱਧ 150 ਜਾਂ 200 ਤੋਂ 1200 ਜੇ ਬਣਨਾ, ਅਤੇ 5-5 ਹਜ਼ਾਰ ਦੇ ਫੋਨ ਤਾਂ ਫ੍ਰੀ ਵੰਡੀ ਜਾਂਦੇ ਨੇ। ਅਤੇ ਜੇ ਕਿਸੇ ਸਰਕਾਰ, ਕਿਸੇ ਆਪੋਜੀਸ਼ਨ ਪਾਰਟੀ ਨੇ ਪੰਜਾਬ ਦੀ ਗੱਲ ਕਰਦਾ, ਚਾਹੇ ਸਰਦਾਰ ਸੁਖਬੀਰ ਸਿੰਘ ਬਾਦਲ ਇੰਨਾ ਹੀ ਬਿਆਨ ਦੇ ਦੇਣ ਵੀ ਜਿਨ੍ਹਾਂ ਨੇ ਕੋਵਿਡ ਵੈਕਸੀਨ ਲਗਾਈ ਹੈ ਆਪਣੇ ਪਰਚੀਆਂ ਸੰਭਾਲ ਕੇ ਰੱਖਿਓ, ਬਿੱਲ ਸੰਭਾਲ ਕੇ ਰੱਖਿਓ, ਸਾਡੀ ਸਰਕਾਰ ਆਉਣ 'ਤੇ ਅਸੀਂ ਜਿਹੜੇ ਹਨ ਉਹ ਸਰਪੰਚਾਂ ਨੂੰ ਜਿਹੜੇ ਨੇ ਉਹ ਫੰਡ ਮੁਹੱਈਆ ਕਰਾਂਗੇ, ਪਿੰਡੋਂ ਪਿੰਡੀ ਤੁਹਾਡੇ ਖਰਚੇ ਜਿਹੜੇ ਨੇ ਉਹ ਰਸੀਦਾਂ ਲੈ ਕੇ ਪੈਸੇ ਦਿੱਤੇ ਜਾਣਗੇ ਵਾਪਸ, ਸਰਕਾਰ ਤੁਹਾਡੀ ਹੈਲਪ ਕਰੂਗੀ। ਅਤੇ ਕਾਂਗਰਸੀਆਂ ਨੇ ਤਾਂ ਬੁੜਕ ਕੇ ਅਗਲੇ ਦਿਨ ਹੀ ਵੇਖੀ ਬਿਆਨ ਦੇਣੇ ਆ ਵੀ ਅਸੀਂ ਫ੍ਰੀ ਲਾਵਾਂਗੇ, ਅਸੀਂ ਹੁਣੇ ਫ੍ਰੀ ਕਰਾਂਗੇ, ਸਾਡੀ ਸਰਕਾਰ ਤੁਹਾਡੀ ਪਿੰਡਾਂ ਦੇ ਵਿੱਚ ਐਂਬੂਲੈਂਸ ਭੇਜੂਗੀ। ਜੇ ਇਹ ਸਮਾਰਟਫੋਨ ਫ੍ਰੀ ਦੇ ਸਕਦੇ ਨੇ, ਅਤੇ ਆਹ ਵੈਕਸੀਨ ਨਹੀਂ ਫ੍ਰੀ ਲੱਗ ਸਕਦੀ ਦੇਸ਼ ਵਾਸੀਆਂ ਨੂੰ? ਲੱਗ ਸਕਦੀ, ਕਿਉਂ ਨਹੀਂ ਲੱਗ ਸਕਦੀ? ਜੇਕਰ ਨੀਤਾਂ ਸਾਫ਼ ਹੋਣ ਤਾਂ। ਕਾਲਰ ਨੇ ਮੇਰੇ ਨਾਲ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ। ਵੈਲਕਮ ਜੀ। ਹੈਲੋ ਭਾਈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਭਾਈ, ਮਿੰਟੂ ਨੂੰ ਵੀ ਸਤਿ ਸ੍ਰੀ ਅਕਾਲ। ਤੇ ਮੈਂ ਇਹ ਪੁੱਛਣਾ ਚਾਹੁੰਦੀ ਮਿੰਟੂ ਜੀ ਨੂੰ ਵੀ ਜਿਹੜੇ ਇੰਡੀਆ ਦੇ ਵਿੱਚ ਤਾਂ ਟੀਕੇ ਇੰਡੀਆ ਤਾਂ ਬਣਾ ਰਿਹਾ ਟੀਕੇ ਜਾਂ ਬਣਾਏ ਆ, ਫਿਰ ਵੀ ਇੰਨੀਆਂ ਮੌਤਾਂ ਹੋ ਰਹੀਆਂ, ਕੀ ਟੀਕੇ ਲੱਗ ਨਹੀਂ ਰਹੇ ਜਾਂ ਲੋਕ ਨਹੀਂ ਲਵਾਉਂਦੇ, ਜਾਂ ਟੀਕੇ ਦੀ ਕੀਮਤ ਦੱਸੋਗੇ ਕੀ ਹੈ ਪਲੀਜ਼? ਥੈਂਕ ਯੂ। ਦੇਖੋ ਗੱਲ ਇਹ ਹੈ ਕਿ ਇੱਕ ਟੀਕਾ ਜਿਹੜਾ ਹੈ ਉਹ ਵੱਖਰੀਆਂ ਕੀਮਤਾਂ ਵਾਲਾ, ਦੂਸਰੀ ਕੰਪਨੀ ਦਾ ਵੱਖਰੀਆਂ ਕੀਮਤਾਂ ਵਾਲਾ, ਉਹਨਾਂ ਦੀਆਂ ਜੁਦਾ ਨੇ, ਦੋ ਕੰਪਨੀਆਂ ਨੇ। ਦੂਜੀ ਗੱਲ ਇਹ ਕਿ ਵੈਕਸੀਨੇਸ਼ਨ ਇੱਥੇ ਲਾ ਲਓ ਕਿ 15-16 ਕਰੋੜ ਦੀ ਹੋਈ ਆ, ਔਰ ਉਹਦੇ ਵਿੱਚੋਂ ਵੀ ਜੇ ਦੂਜੀ ਡੋਜ਼ ਵਾਲੇ ਦੀ ਗੱਲ ਕਰੋਗੇ ਤਾਂ 1.5-2 ਕਰੋੜ ਹੋਣੇ ਆ। ਬਿਲਕੁਲ। ਹਾਂਜੀ। ਇਸ ਚੀਜ਼ ਨੂੰ ਵੀ ਤੁਸੀਂ ਦੇਖੋ ਨਾ ਕਿ ਉਹ 56 ਦਿਨ ਦਾ ਵਕਫਾ ਹੈ, ਤਾਂ 1.5-2 ਕਰੋੜ ਨਹੀਂ ਹਾਲੇ ਲੈ ਲਓ ਕਿ ਸੈਕਿੰਡ ਡੋਜ਼ ਲਈ ਆ, ਤਾਂ ਉਹਦਾ ਪ੍ਰਭਾਵ ਗਾਂ ਜਾ ਕੇ ਬਹੁਤ ਦੇਰ ਬਾਅਦ ਪੈਣਾ ਹੁੰਦਾ ਇਹਨਾਂ ਚੀਜ਼ਾਂ ਦਾ। ਜਾਂ ਤਾਂ ਹੁਣ ਆਬਾਦੀ ਜਿਹੜੀ ਆ ਉਹ ਘੱਟੋ ਘੱਟ ਤੁਸੀਂ 50% ਕਵਰ ਕਰ ਲੈਂਦੇ, ਪਰ ਜਿਸ ਤਰੀਕੇ ਦੇ ਨਾਲ ਟੀਕੇ ਮਕਾਈ ਬੈਠੇ ਆ, ਹੁਣ ਬਾਈਡਨ ਪ੍ਰਸ਼ਾਸਨ ਨੇ ਜ਼ਰੂਰ ਕਿਹਾ ਕਿ ਅਸੀਂ ਤੁਹਾਨੂੰ ਇੰਗਰੀਡੀਅੰਟ ਭੇਜ ਦਿੰਦੇ ਆ, ਉਹ ਉਸ ਤੋਂ ਬਾਅਦ ਕੁਝ ਰਫਤਾਰ ਭਾਵੇਂ ਤੇਜ਼ ਹੋ ਜਾਵੇ। ਸਟੇਟਾਂ ਦੇ ਕੋਲ ਸਾਡੇ ਹੁਣ ਬੋਲ ਰਹੇ ਸੀਗੇ ਜਾਖੜ ਸਾਹਿਬ, ਉਹ ਕਹਿੰਦੇ ਕਿ ਸਾਡੇ ਕੋਲ ਡੋਜ਼ ਜਿਹੜੀ ਆ ਉਹ ਕੁਝ ਘੰਟਿਆਂ ਦੀ ਰਹਿ ਗਈ, ਉਹ ਵੀ ਮੁੱਕ ਜਾਣੀ ਆ, ਅਸੀਂ ਕਿੱਧਰ ਨੂੰ ਜਾਈਏ, ਨਾ ਸਾਡੇ ਕੋਲ ਆਕਸੀਜਨ ਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਕੁਝ ਵੀ ਹਾਲ ਦੀ ਘੜੀ ਪੁਖਤਾ ਨਹੀਂ ਹੈ। ਔਰ ਵੈਕਸੀਨੇਸ਼ਨ ਦੇ ਵਿੱਚ ਵੀ ਦੇਖੋ ਇੱਕ ਤਰ੍ਹਾਂ ਨਾਲ ਅਮੀਰ ਗਰੀਬ ਵਾਲਾ ਪਾੜਾ ਹੈ। ਇਸੇ ਚੀਜ਼ ਨੂੰ ਆਪਾਂ ਥੋੜਾ ਖੋਲ ਲੈਂਦੇ ਹਾਂ, ਇਹੀ ਆਪਾਂ ਸਵਾਲ ਜਿਹੜਾ ਅੱਗੇ ਤੋਰਦੇ ਆ। ਕੇਂਦਰ ਵੀ ਇਹਦੇ ਵਿੱਚ ਸ਼ਾਮਲ ਹੋਈ ਹੈ ਕਿ ਵੈਕਸੀਨ ਦੀਆਂ ਕੀਮਤਾਂ ਘਟਾਉਣ ਲਈ ਵੀ ਕਿਹਾ। ਹਾਂਜੀ। ਵੈਕਸੀਨੇਸ਼ਨ ਦੇਖੋ ਚਾਵਲਾ ਸਾਹਿਬ, 92 ਦੇਸ਼ ਦੁਨੀਆ ਦੇ ਇਸ ਤਰ੍ਹਾਂ ਦੇ ਆ, ਜੇ ਵਿਚਾਰੇ ਉਹ ਇਸੇ ਤਰ੍ਹਾਂ ਹੀ ਰਹੇ, ਮਤਲਬ ਕਿ ਕਿਉਂਕਿ ਜਿਹੜੀ ਵੈਕਸੀਨ ਆ ਇਹਦੇ ਤੇ ਕੁਝ ਲਾ ਲਓ ਕਿ 3-4 ਦਰਜਨ ਅਮੀਰ ਦੇਸ਼ ਹੈ ਜਿਹੜੇ 53% ਤਾਂ ਉਹਨਾਂ ਦਾ ਗਲਬਾ ਹੈ, 53% ਉਹਨਾਂ ਦੇ ਕੋਲ ਹੈ, ਜਿਨ੍ਹਾਂ ਦੀ ਪੋਪੂਲੇਸ਼ਨ ਵੀ ਕੋਈ ਜ਼ਿਆਦਾ ਨਹੀਂ ਹੈ ਆਪਾਂ ਦੇਖੀਏ। ਚਲੋ ਤਾਂ ਦੂਸਰੇ ਪਾਸੇ ਜਿਹੜੇ ਗਰੀਬ 92 ਦੇਸ਼ ਆ ਉਹਨਾਂ ਨੂੰ 2023 ਚ ਵਾਰੀ ਆਉਣੀ ਹੈ। ਇਹ ਵੀ ਤਾਂ ਇੱਕ ਫਰਕ ਹੈ ਨਾ, ਅਮੀਰ ਗਰੀਬ ਦਾ ਫਰਕ ਹੈ। ਉਵੇਂ ਇੰਡੀਆ 'ਚ ਮੈਂ ਕਹਿੰਦਾ ਕਿ ਸਾਰਿਆਂ ਵਾਸਤੇ ਨਾ ਕਰਨ ਕੋਈ ਚੱਕਰ ਨਹੀਂ ਹੈਗਾ। ਜੇ ਕੋਈ ਗਰੀਬ ਟੀਕਾ ਲਵਾਉਣਾ ਚਾਹੁੰਦਾ ਆ, ਕਿਉਂਕਿ ਗਾਂ ਟੀਕੇ ਦਾ ਹੁਣ ਪਤਾ ਨਹੀਂ, ਯੂਕੇ ਦੇ ਵਿੱਚ ਲੋਕ ਸੜਕਾਂ ਤੇ ਨੇ ਕਿਉਂਕਿ ਉੱਥੇ ਵੈਕਸੀਨੇਸ਼ਨ ਪਾਸਪੋਰਟ ਵਾਲਾ ਰੌਲਾ ਪਿਆ ਹੋਇਆ। ਹਾਂਜੀ ਉੱਥੇ ਮਾਰਕੀਟ ਆਈ ਹੋਈ ਹੈ।
ਹਾਂਜੀ ਵੈਕਸੀਨੇਸ਼ਨ ਦਾ ਉਹ ਜਿਹੜਾ ਦਿੰਦੇ ਆ ਸਰਟੀਫਿਕੇਟ, ਹੁਣ ਉਹਦੇ ਤੋਂ ਗਾ ਪਾਸਪੋਰਟ ਤੇ ਇਹੀ ਤਾਂ ਸਵਾਲ ਨੇ ਇਹਨਾਂ ਚੀਜ਼ਾਂ ਦੇ। ਦੇਖੋ ਸ਼ੱਕੀ ਇਹੀ ਚੀਜ਼ਾਂ ਜਿਹੜੀਆਂ ਇਸ ਮਾਮਲੇ ਨੂੰ ਸ਼ੱਕੀ ਬਣਾਉਂਦੀਆਂ ਨੇ ਕਿ ਕੱਲ ਨੂੰ ਪਤਾ ਨਹੀਂ ਕੀ ਕੁਝ ਹੋਣਾ ਵਾ। ਸੋ ਉਹ ਹੁਣ ਗੱਲ ਇਹ ਆ ਕਿ ਜੇ ਕੱਲ ਨੂੰ ਕੁਝ ਇਸ ਤਰ੍ਹਾਂ ਦਾ ਹੋ ਜਾਂਦਾ, ਫਰਜ਼ ਕਰੋ ਮੰਨ ਲਓ ਤੁਹਾਨੂੰ ਬਾਜ਼ਾਰ ਦੇ ਵਿੱਚ ਐਂਟਰੀ ਤਦ ਮਿਲੇਗੀ ਅੱਜ ਤੋਂ 6 ਮਹੀਨਿਆਂ ਬਾਅਦ ਦੀ ਗੱਲ ਕਰ, ਕਿਉਂਕਿ ਕਰੋਨਾ ਤਾਂ ਰਹਿਣਾ ਹੀ ਹੈ ਨਾ। ਇਹ ਤਾਂ ਇਹਨਾਂ ਦੇ ਕਹਿਣ ਦੇ ਮੁਤਾਬਕ ਹੈ ਕਿ ਤੁਹਾਨੂੰ 2 ਡੋਜ਼ਾਂ ਵੀ ਲੱਗ ਗਈਆਂ, ਸਾਲ ਬਾਅਦ ਤੁਸੀਂ ਬੂਸਟਰ ਵੀ ਲਵਾ ਲਓ, ਤਦ ਵੀ ਤੁਹਾਨੂੰ ਰਿਸਕ ਤਾਂ ਰਹਿਣਾ ਹੀ ਰਹਿਣਾ ਹੈ। ਮਤਲਬ ਕਿ ਕਰੋਨਾ ਰਹੇਗਾ ਹੀ ਰਹੇਗਾ। ਕੱਲ ਨੂੰ ਮੰਨ ਲਓ ਇਹ ਇੱਕ ਲਾਅ ਬਣ ਜਾਂਦਾ ਜਾਂ ਰੂਲ ਬਣ ਜਾਂਦਾ ਹੈ ਕਿ ਹਾਂਜੀ ਵੈਕਸੀਨੇਸ਼ਨ ਵਾਲਾ ਬਾਜ਼ਾਰ ਦੇ ਵਿੱਚ ਕਿਤੇ ਵੀ ਜਾ ਸਕਦਾ, ਜਿਹਦੀ ਵੈਕਸੀਨੇਸ਼ਨ ਨਹੀਂ ਹੋਈ ਉਹ ਇੰਨੇ ਤੋਂ ਇੰਨੇ ਜਾ ਸਕਦਾ। ਇੱਕ ਮੈਂ ਮਿਸਾਲੀ ਗੱਲ ਜੀ ਜੀ ਬਿਲਕੁਲ 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 ਬਹੁਤ ਵਧੀਆ ਗੱਲ। ਉਸ ਸੂਰਤ ਦੇ ਵਿੱਚ ਜਿਹਦੇ ਗਰੀਬ ਦੇ ਟੀਕਾ ਨਹੀਂ ਲੱਗਿਆ ਉਹਦਾ ਮਤਲਬ ਕਿ ਔਖਾ ਹੋ ਜਾਣਾ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੇ ਕੋਈ ਗਰੀਬ ਟੀਕਾ ਲਵਾਉਣਾ ਚਾਹੁੰਦਾ, ਸਭ ਤੋਂ ਪਹਿਲਾਂ ਜਿਹੜਾ ਤਾਂ ਬੰਦਾ ਦੇਖੋ ਅਸੀਂ ਆ, ਹੁਣ ਮੰਨ ਲਓ ਮੈਂ ਆ ਗਿਆ, ਚਲੋ ਮਿਡਲ ਕਲਾਸ 'ਚ ਲੈ ਲਓ ਮੈਨੂੰ, ਵੈਸੇ ਤਾਂ ਮੈਂ ਮਿਡਲ ਕਲਾਸ 'ਚ ਵੀ ਹੈ ਨਹੀਂਗਾ, ਮੈਂ ਮਿਡਲ ਕਲਾਸ 'ਚ ਆ। ਮੇਰੇ 4-5 ਘਰ 'ਚ ਰੀਚਾਰਜ ਹੁੰਦੇ ਆ ਇੰਟਰਨੈਟ ਦੇ, ਵਾਈਫਾਈ ਵੀ ਆ ਮੇਰੇ ਕੋਲ, 2 ਆਪਣੇ ਕੋਲ ਕਨੈਕਸ਼ਨ ਹੈ, ਇੱਕ ਮੇਰੀ ਵਾਈਫ ਕੋਲ ਹੈ, ਉਹ ਆਨਲਾਈਨ ਕਲਾਸਾਂ ਲਾਉਂਦੀ ਬੱਚੇ ਦਾ, ਇੱਕ ਕਨੈਕਸ਼ਨ ਉਹਨੇ 1 ਸਾਲ ਲੈ ਰੱਖਿਆ ਬੱਚਿਆਂ ਦੀਆਂ ਕਲਾਸਾਂ, ਬਸ 4 ਹੋ ਗਏ। 400 ਨਾਲ ਇਹਨੂੰ ਮਲਟੀਪਲਾਈ ਕਰ ਲਓ, 1600 ਰੁਪਏ ਦਾ ਜੇ ਅਸੀਂ ਇੰਟਰਨੈਟ ਯੂਜ਼ ਕਰ ਸਕਦੇ। ਮੰਨ ਲਓ ਜੇ ਅਸੀਂ ਵੈਕਸੀਨੇਸ਼ਨ ਕਰਵਾਉਣੀ ਹੋਵੇ ਤਾਂ ਕੀ ਅਸੀਂ ਕੋਈ 400-600 ਰੁਪਇਆ ਨਹੀਂ ਖਰਚ ਸਕਦੇ? ਸਾਡੇ ਵਾਸਤੇ ਠੀਕ ਆ, ਪਰੰਤੂ ਮੰਨ ਲਓ ਇੱਕ ਗਰੀਬ ਹੈ, ਗਰੀਬ ਦੇ 5 ਜੀ ਨੇ, ਉਹ ਸਾਰਿਆਂ ਨੂੰ ਵੈਕਸੀਨੇਟ ਕਰਵਾਉਣਾ ਚਾਹੁੰਦਾ ਵਾ, ਤਾਂ ਉਹਨੂੰ ਉਹ ਕੀਮਤ ਕਿੰਨੇ 'ਚ ਪੈ ਗਈ? 6, 5, 3000 'ਚ। ਉਹਦੇ ਵਾਸਤੇ ਉਹ 3000 ਬਹੁਤ ਵੱਡੀ ਰਕਮ ਬਣ ਜਾਂਦੀ। ਬਿਲਕੁਲ 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 ਜਦੋਂ ਕੰਮ ਕਾਰ ਠੱਪ ਹੋਏਗਾ। ਸੋ ਇਹ ਫਰਕ ਹੈ। ਮੇਰੇ ਸਾਹਮਣੇ RTI ਹੈ, ਮੇਰੇ ਕੋਲੇ ਕੋਈ ਵੀ ਸੱਜਣ ਲੈ ਸਕਦਾ ਆ, RTI ਹੈ ਮੇਰੇ ਕੋਲੇ, ਉਹਦੇ ਵਿੱਚ ਜਿਹੜੀ ਇਹਨਾਂ ਨੇ ਕੋਵਿਸ਼ੀਲਡ ਦੀ ਕੀਮਤ ਦੱਸੀ ਹੈ, ਜਿਹੜੀ ਕਿ ਮੈਸੇਜ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਜਿਹੜੀ ਹੈ, ਜਿਨ੍ਹਾਂ ਨੇ ਦੱਸਿਆ ਕਿ ਪਹਿਲਾਂ ਸ਼ੁਰੂਆਤ ਕੀਤੀ ਸੀ। ਜੋ RTI ਦਾ ਜਵਾਬ ਆ, ਬਿਲਕੁਲ ਕਾਪੀ ਮੇਰੇ ਕੋਲ ਆ, ਜਦੋਂ ਮਰਜ਼ੀ ਕੋਈ ਲੈ ਸਕਦਾ ਆ। 210 ਰੁਪਏ ਕਾਸਟ ਆਈ ਹੈ ਨਾ, 210 ਰੁਪਏ ਕਾਸਟ ਵਿਦ 5% GST। ਜਿਵੇਂ ਤੁਹਾਡੇ ਇੱਧਰ ਵੀ ਕੋਈ ਟੈਕਸ ਚੱਲਦਾ ਹੈ ਨਾ, 13% HST। ਹਾਂਜੀ, ਤਾਂ ਉਵੇਂ ਇੱਥੇ 5% GST ਲਾ ਕੇ ਉਹ ਪਈ ਆ 210 ਰੁਪਏ ਦੀ, ਯਾਨੀ 200 ਰੁਪਏ ਦਾ ਟੀਕਾ। ਹੁਣ 200 ਦਾ ਪੈ ਰਿਹਾ ਤਾਂ ਮਤਲਬ ਕਿ ਉਹ ਫਿਰ ਵੀ ਮਾਰਜਨ ਕੋਈ ਲੈਂਦੇ ਹੋਣੇ ਆ ਨਾ ਉਹਦੇ ਚੋਂ। 150 ਦਾ ਟੀਕਾ ਹੋਣਾ, 50 ਰੁਪਏ ਚਲੋ ਉਹਨਾਂ ਨੇ ਮਾਰਜਨ ਰੱਖ ਲਿਆ ਆਪਣਾ। ਹੁਣ ਕੀ ਹੈ ਕਿ ਅਗਾਂਹ ਜਾ ਕੇ ਉਹ ਦੇ ਰਹੇ ਆ ਨਿੱਜੀ ਹਸਪਤਾਲਾਂ ਨੂੰ 600 ਦਾ ਟੀਕਾ, 100 ਰੁਪਏ ਉਹ ਆਪਣੀ ਫੀਸ ਲੈਣਗੇ, ਜਾਂ ਸਰਿੰਜ ਸੂਈ ਹੈ ਜਿਹੜੀ ਉਹ ਕਿੰਨੇ ਦਾ ਪੈ ਗਿਆ? 700 ਦਾ। ਸੋ ਇਸੇ ਕਰਕੇ ਕੇਂਦਰ ਇਨਵੋਲਵ ਹੋ ਰਿਹਾ। ਔਰ ਮੇਰਾ ਮੰਨਣਾ ਇਹੀ ਆ ਕਿ ਅਮੀਰ ਗਰੀਬ ਦਾ ਪਾੜਾ ਨਹੀਂ ਰਹਿਣਾ ਚਾਹੀਦਾ। ਜਿੱਥੇ ਤਾਂ ਕੋਈ ਗਰੀਬ ਬੰਦਾ ਆ, ਜਿਵੇਂ ਤੁਸੀਂ PDS ਦੇ ਵਿੱਚ ਲੈ ਲਓ, ਤੁਹਾਨੂੰ ਬਹੁਤ ਸੌਖਿਆ ਇੱਕ ਨਿਸ਼ਾਨਦੇਹੀ ਹੋ ਜਾਂਦੀ ਹੈ ਕਿ ਯਾਰ ਇਹ ਗਰੀਬ ਪਰਿਵਾਰ ਆ, ਇਹ ਗਰੀਬ ਪਰਿਵਾਰ ਆ, ਤੁਸੀਂ ਉਹਨਾਂ ਵਾਸਤੇ ਇੱਕ ਅੱਡ ਸਕੀਮ ਲਿਆਉਂਦੇ। ਪਰ ਜਿਹੜੀਆਂ ਕੁਝ ਸਟੇਟਾਂ ਬਹੁਤ ਜ਼ਿਆਦਾ ਇਸ ਟਾਈਮ ਫਾਈਨੈਂਸ਼ੀਅਲੀ ਕ੍ਰਾਈਸਿਸ ਦੇ ਵਿੱਚ ਨੇ, ਪੰਜਾਬ ਵੀ ਇਨਕਲੂਡ ਆ, ਕਿਉਂ ਉੱਥੇ ਕੀ ਹੋਏਗਾ ਕਿ ਲੋਕਾਂ ਦਾ ਨੁਕਸਾਨ ਹੋਏਗਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪੈਸਾ ਖਰਚਿਆ ਨਹੀਂ, ਇਲੈਕਸ਼ਨ ਕਰਕੇ ਭਾਵੇਂ ਥੋੜਾ ਬਹੁਤਾ ਖਰਚ ਲੈਣ, ਜਾਂ ਹੋਰ ਸਟੇਟਾਂ ਜਿਹੜੀਆਂ ਫਾਈਨੈਂਸ਼ੀਅਲੀ ਇੰਨੀਆਂ ਸਟਰੋਂਗ ਨਹੀਂ ਹੈ, ਤਾਂ ਜੇ ਤੁਸੀਂ ਕਹਿੰਦੇ ਹੋ ਕਿ ਵੈਕਸੀਨੇਸ਼ਨ ਬਹੁਤ ਜ਼ਰੂਰੀ ਹੈ, ਤਦ ਕੀ ਹੋਏਗਾ ਕਿ ਜਿਹੜੇ ਗਰੀਬ ਸਟੇਟ ਆ ਉਹ ਫਿਰ ਗਰੀਬ ਦੇਸ਼ਾਂ ਵਾਂਗੂ ਰਹਿ ਜਾਣਗੇ, ਜਿਵੇਂ ਮੈਂ ਅੱਗੇ ਗੱਲ ਕੀਤੀ। ਬਿਲਕੁਲ ਬਿਲਕੁਲ ਬਿਲਕੁਲ। ਜਿਹੜਾ ਬੰਦਾ ਦਿਹਾੜੀ ਕਰਦਾ 400, 500, 300, ਉਹਨੇ ਖਾਣਾ ਵੀ ਆ, ਤੇ ਜੇ ਉਹਦੇ 4 ਜੀ ਆ ਕਰਦੇ ਤਾਂ ਕਿਵੇਂ ਉਹਦੀ ਦਿਹਾੜੀ ਵੀ ਬੰਦ ਹੈ, ਦਿਹਾੜੀ ਵੀ ਬੰਦ ਹੋ ਰਹੀ ਹੈ। ਜੀ ਜੀ। ਵੌਇਸ ਆਫ ਸਿਟੀ 1320 AM ਤੇ ਦੋਸਤੋ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਔਰ ਕੇਂਦਰ ਨੇ ਵੈਕਸੀਨ ਦੀਆਂ ਕੀਮਤਾਂ ਘਟਾਉਣ ਲਈ ਵੀ ਕਿਹਾ ਹੈ, ਵੇਖੋ ਕੀ ਬੂਰ ਲੱਗਦਾ ਜਾਂ ਨਹੀਂ ਲੱਗਦਾ। ਪਰ ਸਭ ਤੋਂ ਵੱਡੀ ਖਬਰ ਮੈਂ ਚਾਹੁੰਦਾ ਕਿ ਉਹ ਵੀ ਕਵਰ ਕਰ ਲਈਏ। ਪਤਾ ਲੱਗਾ ਕਿ ਮਿਸਟਰ ਜਾਖੜ ਤੇ ਰੰਧਾਵਾ ਸਾਹਿਬ ਰੱਜ ਕੇ ਰਾਜਨੀਤੀ ਕਰਨ ਦੇ ਮਾਹਰ ਨੇ, ਅਸਤੀਫਾ ਆਉਣ ਦੇ ਚਰਚੇ ਹੋਏ ਨੇ। ਇਹ ਵੀ ਪਤਾ ਲੱਗਾ ਕਿ ਸਰਕਾਰ ਜਾਏਗੀ ਸੁਪਰੀਮ ਕੋਰਟ। ਹਾਂਜੀ, ਦੇਖੋ ਗੱਲ ਇਹ ਆ ਕਿ ਇਹ ਹਾਲੇ ਮੂੰਹ ਜ਼ਬਾਨ ਨਹੀਂ ਹੈ, ਕਿਉਂਕਿ ਇਹਨਾਂ ਦੀ ਕੈਬਨਿਟ ਦੀ ਮੀਟਿੰਗ ਸੀਗੀ। ਕੈਬਨਿਟ ਦੇ ਵਿੱਚ ਕੀ ਹੁੰਦਾ ਕਿ ਨਹੀਂ ਹੁੰਦਾ ਉਹ ਸਭ ਨੂੰ ਆਪਾਂ ਨੂੰ ਪਤਾ ਨਹੀਂ ਲੱਗਦਾ। ਪਰੰਤੂ ਕੀ ਹੁੰਦਾ ਕਿ ਇਹਨਾਂ ਦੇ ਆਪਣੇ ਸੋਰਸਸ ਜਿਹੜੇ ਬਾਹਰ ਦੱਸ ਦਿੰਦੇ ਆ ਕਿ ਆਹ ਕੁਛ ਵਾਪਰਿਆ ਵਾ, ਤਾਂ ਉੱਥੇ ਜੋ ਦੱਸਿਆ ਜਾ ਰਿਹਾ ਕਿ ਬਹੁਤ ਵੱਡੀ ਝੜਪ ਹੋਈ ਹੈ ਇਹਨਾਂ ਦੀ ਆਪਸ ਦੇ ਵਿੱਚ। ਮਤਲਬ ਕਿ ਗੁੱਸੇਖੋਰੀ ਜਿਹੜੀ ਹੁੰਦੀ ਹੈ ਸੁਭਾਅ ਦੇ ਵਿੱਚ ਉਹ ਨਿਕਲੀ ਹੈ। ਤੇ ਗੁੱਸੇਖੋਰੀ ਤਾਂ ਆਪਣੇ ਹਰੇਕ ਦੇ ਵਿੱਚ ਹੀ ਹੁੰਦੀ ਨਾ, ਬਾਹਰੋਂ ਜਿੰਨਾ ਮਰਜ਼ੀ ਕੋਈ ਸਾਧੂ ਬਿਰਤੀ ਵਾਲਾ ਵੀ ਕਹੇ ਕਿ ਮੈਂ ਬਹੁਤ
ਸ਼ਾਲੀਨ ਆ, ਕਈ ਵਾਰ ਬਹੁਤ ਸ਼ਾਂਤ ਆ, ਕਈ ਵਾਰ ਉਹ ਵੀ ਗਰਮ ਹੋ ਜਾਂਦਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਉਹ ਗੁੱਸਾ ਖਿਝ ਇੱਕ ਦੂਜੇ ਤੇ ਕੱਢੀ ਆ। ਚਲੋ ਉਹਨਾਂ ਗੱਲਾਂ 'ਚ ਆਪਾਂ ਨਹੀਂ ਪੈਂਦੇ ਕਿ ਕੀ ਡਾਇਲੋਗ ਬਾਜ਼ੀ ਹੋਈ ਆ, ਪਰ ਦੱਸਦੇ ਆ ਕਿ ਅਤੁਲ ਨੰਦਾ ਨੂੰ ਲੈ ਕੇ ਜਾਂ ਕੁਝ ਹੋਰ ਗੱਲਾਂ ਨੂੰ ਲੈ ਕੇ, ਕੁੰਵਰ ਵਿਜੇ ਪ੍ਰਤਾਪ ਨੂੰ ਲੈ ਕੇ ਕਾਫੀ ਬਹਿਸ ਮੁਬੈਸਾ ਹੋਇਆ। ਤਾਂ ਉਸ ਤੋਂ ਬਾਅਦ ਜੋ ਗੱਲ ਜਿਹੜੀ ਨਿਕਲ ਕੇ ਆ ਰਹੀ ਆ ਕਿ ਦੇਖੋ ਹੁਣ ਗੱਲ ਅਸਤੀਫਿਆਂ ਵਾਲੀ ਤੇ ਇਹ ਆ ਕਿ ਇਹਨਾਂ ਨੇ ਪੇਸ਼ਕਸ਼ ਕਰ ਦਿੱਤੀ ਕਿ ਲਓ ਭਾਈ ਸਾਡੇ ਅਸਤੀਫੇ ਚੱਕੋ, ਅਸੀਂ ਬਾਹਰ ਆਉਂਦੇ ਹਾਂ, ਕਿਉਂਕਿ ਇਹਨਾਂ ਨੇ ਜ਼ਿਆਦਾ ਰੌਲਾ ਪਾਇਆ ਸੀਗਾ। ਇੱਕ ਚੁੱਪ ਰਹਿ ਗਿਆ ਸੱਜਣ, ਉਹਨਾਂ ਨੇ ਜ਼ਿਆਦਾ ਸਭ ਤੋਂ ਰਾਜਨੀਤੀ ਕੀਤੀ ਸੀਗੀ, ਉਹਨਾਂ ਨੂੰ ਵੀ ਪੇਸ਼ਕਸ਼ ਕਰ ਦੇਣੀ ਚਾਹੀਦੀ ਸੀ। ਬਾਜਵਾ, ਰਜਿੰਦਰ ਸਿੰਘ ਬਾਜਵਾ ਬਰਗਾੜੀ 'ਚ ਵੀ ਉਹੀ ਗਏ ਸੀਗੇ ਨਾ ਜੀ ਜੀ, ਤੇ ਉਹਨਾਂ ਦੇ ਆਖੇ ਲੱਗ ਕੇ ਉੱਠਣ ਵਾਲੇ ਤੁਹਾਨੂੰ ਪਤਾ ਹੀ ਹੁਣ ਫੇਰ ਉੱਠੇ ਖੜੇ ਆ। ਹਾਂ, ਫੇਰ ਉੱਠੇ ਖੜੇ। ਦੇਖੋ ਗੱਲ ਇਹ ਆ ਕਿ ਇਸ ਟਾਈਮ ਜਿਹੜੀ ਔਨ ਰਿਕਾਰਡ ਗੱਲ ਆ ਉਹਦੀ ਜੇ ਗੱਲ ਕਰੀਏ, ਉਹਦੀ ਵਧੇਰੇ ਚਰਚਾ ਹੋਣੀ ਚਾਹੀਦੀ ਆ। ਤਾਂ ਉਹ ਇਹ ਆ ਜਾਖੜ ਨੇ ਜਿਹੜੀ ਆ ਕੇ ਗੱਲ ਕਹੀ ਆ, ਅਸਤੀਫੇ ਵਾਲੀ ਗੱਲ ਤਾਂ ਕਰਕੇ ਗੋਲ ਮੋਲ ਜਿਹੜੀ ਔਨ ਰਿਕਾਰਡ ਗੱਲ ਕਹੀ ਆ ਉਹਨਾਂ ਨੇ ਕਿਹਾ ਕਿ ਦੇਖੋ ਸੁਪਰੀਮ ਕੋਰਟ ਜਾਏਗੀ ਸਰਕਾਰ, ਪਰ ਦੂਸਰੇ ਪਾਸੇ ਨਾਲ ਉਹਨਾਂ ਨੇ SIT ਦਾ ਵੀ ਜ਼ਿਕਰ ਕਰ ਦਿੱਤਾ ਕਿ SIT ਵੀ ਬਣਾਵਾਂਗੇ। ਹੁਣ ਇੱਥੇ ਕੰਟਰਾਡਿਕਸ਼ਨ ਆ। ਜੇ ਤੁਸੀਂ ਅੱਜ ਦੇ ਅਖਬਾਰ ਖੋਲੋਗੇ, ਜਿੰਨੇ ਵੀ ਪੰਜਾਬ ਦੇ ਵਿੱਚ 15-16 ਅਖਬਾਰ ਛਪਦੇ ਨੇ ਲੋਕਲ ਲੈਂਗੁਏਜ ਦੇ ਵਿੱਚ ਜਾਂ ਕੁਝ ਹਿੰਦੀ ਦੇ ਦੁੱਕਾ ਲਾ ਲਓ, ਉਹਨਾਂ ਦੇ ਵਿੱਚ ਵੀ ਇਹ ਵਿਰੋਧਾਭਾਸ ਆ। ਕੁਝ ਮੀਡੀਆ ਆਊਟਲੈਟ ਦਾਵਾ ਕਰ ਰਹੇ ਨੇ ਕਿ ਇਹ ਸੁਪਰੀਮ ਕੋਰਟ ਜਾਣਗੇ, ਕੁਝ ਇੱਕ ਕਰ ਰਹੇ ਨੇ ਕਿ ਨਹੀਂ ਇਹ SIT ਬਣਾਉਣਗੇ। ਦੋਨੇ ਵੀ ਬਣਾ ਸਕਦੇ, ਇੱਕ ਵੱਖਰੀ ਗੱਲ ਆ ਤੇ ਉਧਰ ਵੀ ਚਲੇ ਜਾਣ, ਪਰ ਜੇ ਉੱਥੇ ਜਾਂਦੇ ਆ ਤਾਂ ਉੱਥੇ ਇੱਕ ਵਾਰੀ ਇਹ ਮਾਮਲਾ ਸਟੇ ਹੁੰਦਾ ਤਾਂ ਵੀ ਅੱਗੇ ਗੱਲ ਵਧੇਗੀ ਨਾ। ਜੀ ਜੀ, ਤਾਂ ਇਹ SIT ਬਣਾਉਂਦੇ ਹੁਣ ਇਹ ਚੀਜ਼ ਕਲੀਅਰ ਨਹੀਂ ਹੈ, ਇਹ ਜ਼ਰੂਰ ਦੇਖਣਾ ਪਏਗਾ ਤੁਹਾਨੂੰ। ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਜੇ ਆਪਾਂ ਦੇਖੀਏ ਜਾਂਚ ਪੜਤਾਲ ਦਾ ਰੱਦ ਹੋਣਾ, ਇਹ ਬਹੁਤ ਵੱਡੀ ਹਿਲਜੁਲ ਪੈਦਾ ਕਰ ਗਿਆ। ਮੈਂ ਤੇ ਇੱਕ ਹੋਰ ਗੱਲ ਸੁਣੀ ਆ, ਚਲੋ ਮੈਂ ਉਹਦੀ ਪੁਸ਼ਟੀ ਨਹੀਂ ਕਰਦਾ, ਸਾਡੇ ਸੀਨੀਅਰ ਸਾਥੀ ਜਿਹੜੇ ਆ ਉਹ ਦਾਅਵਾ ਕਰ ਰਹੇ ਨੇ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਖਿਲਾਫ ਤਾਂ ਵਿਜੀਲੈਂਸ ਵੀ ਐਕਟਿਵ ਹੋਈ ਬੈਠੀ ਹੈ। ਦੇਖੋ ਇੱਥੋਂ ਤੱਕ ਗੱਲ ਗਈ। ਬੱਲੇ ਬੱਲੇ ਬੱਲੇ। ਚਲੋ ਦੇਖੋ ਕੁਝ ਨਾ ਕੁਝ ਤਾਂ ਉਹਨਾਂ ਨੇ ਕੱਢਣਾ ਹੀ ਕੱਢਣਾ ਜੀ। ਕਿਸਾਨਾਂ ਨੇ ਵਿਪਤਾ ਵਿੱਚ ਖੁਦ ਨੂੰ ਖੁਦ ਦਾ ਸਹਾਰਾ ਬਣਾਇਆ, ਇਹਦੇ ਬਾਰੇ ਥੋੜਾ ਜਿਹਾ ਗੱਲ ਕਰ ਲਈਏ, ਫਿਰ ਆਪਾਂ ਅੱਗੇ ਵਧਦੇ ਹਾਂ। ਹਾਂਜੀ ਹਾਂਜੀ, ਦੇਖੋ ਗੱਲ ਇਹ ਆ ਕਿ ਮੈਂ ਨਾ ਓਸ਼ੋ ਦੀ ਲਿਖਤ ਪੜ੍ਹਨ ਡਿਆ ਸੀਗਾ ਥੋੜੀ ਦੇਰ ਪਹਿਲਾਂ। ਓਸ਼ੋ ਕਈ ਚੰਗੀਆਂ ਗੱਲਾਂ ਬਹੁਤ ਕਰਦਾ, ਤਾਂ ਓਸ਼ੋ ਕਹਿੰਦਾ ਕਿ ਅਸੀਂ ਸਾਡੀਆਂ ਸਮੱਸਿਆਵਾਂ ਹੱਲ ਕਿਉਂ ਨਹੀਂ ਹੁੰਦੀਆਂ, ਸਵਾਲ ਚੁੱਕਦਾ। ਪਰ ਨਾਲ ਉਹ ਕਹਿੰਦਾ ਕਿ ਕਿਉਂ ਨਹੀਂ, ਕਾਰਨ ਦੱਸਦਾ ਕਿਉਂਕਿ ਅਸੀਂ ਸਮੱਸਿਆਵਾਂ ਦਾ ਹੱਲ ਉਹਨਾਂ ਲੋਕਾਂ ਕੋਲ ਜਾਂਦੇ ਜਿਹੜੇ ਖੁਦ ਸਮੱਸਿਆ ਚ ਹੁੰਦੇ ਆ। ਮਤਲਬ ਅਸੀਂ ਕਬੀਲਦਾਰੀ ਦਾ ਰੋਣਾ ਲੈ ਕੇ ਕਿਹਨਾਂ ਕੋਲ ਜਾਂਦੇ ਆ? ਬਾਬਿਆਂ ਕੋਲ ਜਿਹੜੇ ਕਬੀਲਦਾਰੀ ਤੋਂ ਖੁਦ ਨੱਸੇ ਹੋਏ ਆ। ਬਿਲਕੁਲ ਬਿਲਕੁਲ ਬਿਲਕੁਲ। ਤੇ ਅਸੀਂ ਆਪਣੇ ਭਵਿੱਖ ਦਾ ਹੱਲ ਉਹਨਾਂ ਕੋਲੋਂ ਚਾਹੁੰਦੇ ਆ ਜਿਹੜੇ ਖੁਦ ਆਪਣੇ ਭਵਿੱਖ ਲਈ ਲੜ ਰਹੇ ਆ, ਨੇਤਾ ਅਭਿਨੇਤਾ। ਬਹੁਤ ਕੰਮ ਦੀਆਂ ਗੱਲਾਂ ਨੇ, ਪਾਏਦਾਰ ਗੱਲਾਂ ਨੇ। ਵਾਕਿਆ ਮੈਂ ਸੋਚਦਾ ਕਿ ਕਈ ਵਾਰ ਅਸੀਂ ਸਮੱਸਿਆਵਾਂ ਨੂੰ ਗਲਤ ਥਾਂ ਤੇ ਲੈ ਜਾਂਦੇ ਆ, ਤਦ ਸਾਡੀਆਂ ਸਮੱਸਿਆਵਾਂ ਜਿਹੜੀਆਂ ਸੁਲਝਣ ਦੀ ਥਾਂ ਤੇ ਹੋਰ ਵੀ ਉਲਝਦੀਆਂ ਨੇ। ਮਤਲਬ ਹੁਣ ਦੇਖੋ ਇਹ ਕਿਸਾਨ ਸੀਗੇ ਜਿਹੜੇ, ਇਹਨਾਂ ਦਾ ਅੰਬ ਹੈ ਜਿਹੜਾ ਅਲਫਾਂਸੋ ਅੰਬ ਬਹੁਤ ਮਸ਼ਹੂਰ ਆ। ਕਿਆ ਬਾਤ, ਮੂੰਹ 'ਚ ਪਾਣੀ ਆ ਗਿਆ। ਆਉਣ ਵਾਲੇ ਨੇ। ਹਾਂਜੀ, ਤਾਂ ਉਹ ਜਿਹੜਾ ਜਿੱਦਾਂ ਹੁਣ ਕੋਂਕਣ ਏਰੀਆ, ਕੋਂਕਣ ਕਹਿ ਦਿੰਦੇ ਆ ਉਹਨੂੰ, ਔਰੰਗਾਬਾਦ ਸਾਈਡ ਬਹੁਤ ਜ਼ਿਆਦਾ ਹੁੰਦੇ। ਤਾਂ ਉੱਥੇ ਕੀ ਹੋਇਆ ਕਿ ਜਦੋਂ ਹੁਣ ਲੋਕਡਾਊਨ ਵਗੈਰਾ ਲੱਗ ਗਏ, ਸਖਤੀਆਂ ਹੋ ਗਈਆਂ, ਸਾਰਿਆਂ ਦੇ ਕੰਮਕਾਰ ਪ੍ਰਭਾਵਿਤ ਹੋ ਰਹੇ ਆ। ਇੱਕ ਆਟੋ ਵਾਲੇ ਤੋਂ ਲੈ ਕੇ ਇੱਕ ਕਾਰਖਾਨੇਦਾਰ ਸਾਰੇ ਹੀ ਰੋ ਰਹੇ ਆ। ਤਾਂ ਹੋਇਆ ਕਿ ਇਹਨਾਂ ਨੂੰ ਆਪਣੇ ਹਾਲ ਤੇ ਛੱਡ ਦਿੱਤਾ ਗਿਆ। ਹੁਣ ਅੰਬ ਦਾ ਸੀਜ਼ਨ ਦੇਖੋ ਸਾਲ 'ਚ ਇੱਕ ਵਾਰੀ ਆਉਣਾ ਬਾਗਾਂ 'ਚ, ਤੇ ਹੁਣ ਸਾਡੇ ਏਰੀਏ 'ਚ ਬਾਗ ਬਹੁਤ ਹੁੰਦੇ ਆ, ਉਹ ਸਾਲ ਬਾਅਦ ਉਹ ਠੇਕਾ ਚੜਦਾ ਬਾਗ ਦਾ, ਤੇ ਜੇ ਉਹ ਵੀ ਸੀਜ਼ਨ ਗਿਆ ਤਾਂ ਬੰਦਾ ਰਗੜਿਆ ਗਿਆ। ਤਾਂ ਉਸ ਸੂਰਤ ਦੇ ਵਿੱਚ ਜਦੋਂ ਇਹਨਾਂ ਦਾ ਕਿਸੇ ਨੇ ਥੋਕ ਦੇ ਵਪਾਰੀ ਜਿਹੜੇ ਸੀ ਉਹ ਵੀ ਨੱਸ ਗਏ ਕਿ ਗਾਂ ਬਾਜ਼ਾਰਾਂ ਦਾ ਪਤਾ ਨਹੀਂ ਕੀ ਬਣਨਾ ਆ, ਤਾਂ ਜਿਹੜੇ ਉਹ ਕਿਸਾਨ ਸੀ ਉਹਨਾਂ ਨੇ ਖੁਦ ਨੂੰ ਕਹਿ ਲਓ ਕਿ ਗਰੁੱਪ ਬਣਾ ਕੇ ਇਕਜੁੱਟ ਕਰ ਲਿਆ। ਔਰ ਉਸ ਤੋਂ ਬਾਅਦ ਉਹਨਾਂ ਨੇ ਆਨਲਾਈਨ ਆਰਡਰ ਲੈਣੇ ਸ਼ੁਰੂ ਕਰ ਦਿੱਤੇ ਆਪਣੇ ਪੱਧਰ, ਜਿੱਦਾਂ QR ਕੋਡਿੰਗ ਵਗੈਰਾ ਹੁੰਦੀ ਹੈ, ਉਹ ਸਾਰੀ ਕਰਕੇ ਤਾਂ ਕਿ ਕੁਆਲਿਟੀ ਵੀ ਬਣੀ ਰਹੇ, ਔਰ ਹੋਮ ਡਿਲੀਵਰੀ ਸ਼ੁਰੂ ਕਰ ਦਿੱਤੀ। ਤਾਂ ਅੱਜ ਦੀ ਡੇਟ ਦੇ ਵਿੱਚ ਉਹਨਾਂ ਨੇ ਇੱਕ, ਜਿੱਦਾਂ ਆਪਾਂ ਵੀ ਇੱਥੇ ਪੰਜਾਬ 'ਚ ਦੇਖਦੇ ਹਾਂ ਕਿ ਸਾਡਾ ਵੀ ਇੱਕ ਖੇਤੀ ਦਾ ਮਾਡਲ ਇਹ ਹੋਣਾ ਚਾਹੀਦਾ, ਜਿਹਨੂੰ ਆਪਾਂ ਕੋਆਪਰੇਟ ਖੇਤੀ ਕਹਿ ਦਿੰਦੇ ਹਾਂ, ਕਿ ਇਸ ਤਰ੍ਹਾਂ ਦਾ ਇੱਕ ਮਾਡਲ ਬਣਾ ਲਿਆ, ਤਾਂ ਜਿਹਦੇ ਕਰਕੇ ਉਹ ਨਾ ਸਿਰਫ ਬਚ ਗਏ, ਸਰਵਾਈਵਲ ਹੋ ਗਈ, ਬਲਕਿ ਉਹਨਾਂ ਦੀ ਮੁਨਾਫਾਖੋਰੀ ਵੀ ਥੋੜੀ ਜ਼ਿਆਦਾ ਵਧੀ ਹੈ। ਚਲੋ ਸ਼ਾਇਦ ਇੱਥੋਂ ਹੀ ਮੋੜਾ ਕੱਟ ਜਾਣ ਵੀ ਆਪਣੇ ਹੀ ਰਲ ਕੇ ਵੱਡੇ ਵੱਡੇ ਜਿਹੜੇ ਨੇ ਸੈਲੋ ਬਣਾ ਲੈਣ ਤੇ ਰਲ ਕੇ ਆਪੋ ਆਪਣਾ ਇਹੋ ਜਿਹਾ ਹੋਰ ਵੀ ਗਾਂ ਵਪਾਰ ਨੂੰ ਜਿਹੜਾ ਹੈ ਉਹ ਤਰਜੀਹ ਦੇਣ ਨਾਲ ਦੀ ਨਾਲ। ਹਾਂਜੀ, ਸੋ ਮਿੰਟੂ ਜੀ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ, ਸਤਿ ਸ਼੍ਰੀ ਅਕਾਲ।
ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।